ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਟੈਨਿਸ ਖੇਡਦਿਆਂ ਜੇਕਰ ਦੇਖੀਏ ਤਾਂ ਸਿਰਫ ਗੇਂਦ ਇੱਕ ਪਾਸਿਓਂ ਤੋਂ ਦੂਜੇ ਪਾਸੇ ਉੱਡਦਾ ਨਜ਼ਰ ਆਏਗਾ। ਗੇਂਦ ਦਾ ਇੱਕ ਪਾਸਿਓਂ ਦੂਜੇ ਪਾਸੇ ਉੱਡਣਾ ਆਪਣੀ ਮਰਜ਼ੀ ਨਾਲ ਨਹੀਂ ਹੁੰਦਾ। ਇਸ ਨੂੰ ਰੈਕਟ ਉਛਾਲਦੇ ਹਨ ਅਤੇ ਰੈਕਟਾਂ ਨੂੰ ਖਿਡਾਰੀਆਂ ਦੀਆਂ ਬਾਹਾਂ ਹਿਲਾਉਂਦੀਆਂ ਹਨ। ਸਧਾਰਨ ਆਦਮੀਆਂ ਨੂੰ ਗੇਂਦ ਰੈਕਟ ਤੇ ਖਿਡਾਰੀਆਂ ਦੇ ਅੰਗ ਹਿੱਲਣ ਤੋਂ ਸਿਵਾ ਟੈਨਿਸ ਦੀ ਖੇਡ ਵਿੱਚ ਕੁਝ ਹੋਰ ਨਹੀਂ ਦਿਸਦਾ। ਅਗਰ ਕਿਸੇ ਸਾਇੰਸਵੇਤਾ ਨੂੰ ਪੁੱਛੋ ਕਿ ਟੈਨਿਸ ਦੀ ਖੇਡ ਵਿੱਚ ਗੇਂਦ ਬੱਲੇ ਅਤੇ ਖਿਡਾਰੀਆਂ ਦੇ ਅੰਗਾਂ ਦੇ ਹਿੱਲਣ ਤੋਂ ਸਿਵਾ ਹੋਰ ਵੀ ਕੁਝ ਹੋ ਰਿਹਾ ਤਾਂ ਆਖੇਗਾ ਹਾਂ, ਗੇਂਦ ਬੱਲੇ ਅਤੇ ਖਿਡਾਰੀਆਂ ਦੇ ਅੰਗ ਹਿਲਾਉਣੇ ਤਾਂ ਸਿਰਫ ਨਤੀਜਾ ਹੈ। ਇਸ ਨਤੀਜੇ ਨੂੰ ਪੈਦਾ ਕਰਨ ਵਾਲੀ ਇੱਕ ਚੀਜ਼ ਹੈ ਜਿਸ ਨੂੰ ਸ਼ਕਤੀ ਆਖਦੇ ਹਨ। ਇਸ ਸ਼ਕਤੀ ਦੇ ਪਿੱਛੇ ਖਿਡਾਰੀਆਂ ਦਾ ਮਨ ਹੈ ਜੋ ਖਿਡਾਰੀਆਂ ਦੀਆਂ ਹਰਕਤਾਂ ਨੂੰ ਕਾਬੂ ਵਿੱਚ ਰੱਖ ਕੇ ਗੇਂਦ ਨੂੰ ਕਿਸੇ ਨਿਯਮਾਂ ਦੇ ਅਨੁਸਾਰ ਇੱਕ ਪਾਸੇ ਤੋਂ ਦੂਜੇ ਪਾਸੇ ਪਹੁੰਚਾਉਂਦਾ ਹੈ। ਇਹ ਮਨ ਕੀ ਚੀਜ਼ ਹੈ ਜਾਂ ਇਸ ਦੇ ਪਿੱਛੇ ਇਸ ਦੀ ਤਹਿ ਵਿੱਚ ਆਤਮਾ ਕੀ ਚੀਜ਼ ਹੈ? ਇਸ ਭੇਦ ਨੂੰ ਸਾਇੰਸ ਅਜੇ ਤੱਕ ਖੋਲ੍ਹ ਨਹੀਂ ਸਕਿਆ। ਪਦਾਰਥਕ ਸਾਇੰਸ ਇੱਥੇ ਖਤਮ ਹੋ ਜਾਂਦੀ ਹੈ ਅਤੇ ਅਧਿਆਤਮਕ ਇਸ ਜਗ੍ਹਾ ਤੋਂ ਅਸਲ ਅਰਥਾਂ ਵਿੱਚ ਸ਼ੁਰੂ ਹੁੰਦਾ ਹੈ। ਮਜ਼ਹਬ ਦੀ ਇਸ ਬਾਰੇ ਵਿੱਚ ਪੜਚੋਲ ਦਾ ਨਿਚੋੜ ਇਹ ਹੈ ਕਿ ਮਨ ਦੇ ਪਿੱਛੇ ਮਤ ਜਾਂ ਬੁੱਧੀ ਅਤੇ ਮਤ ਦੇ ਪਿੱਛੇ ਆਤਮਾ ਹੈ। ਇਹ ਆਤਮਾ ਤੋਂ ਮਨ ਅਤੇ ਸ਼ਕਤੀ ਉਤਪੰਨ ਹੁੰਦੀ ਹੈ। ਆਤਮਾ ਖੁਦ ਇੱਕ ਚੇਤਨ ਸ਼ਕਤੀ ਹੈ। ਇਸ ਚੇਤਨ ਸ਼ਕਤੀ ਦੇ ਆਸਰੇ ਸਾਰੇ ਬ੍ਰਹਿਮੰਡ ਦੀ ਕਿਰਿਆ ਚੱਲ ਰਹੀ ਹੈ। ਸੂਰਜ, ਚੰਨ, ਸਿਤਾਰੇ, ਹਵਾਵਾਂ, ਮੀਂਹ, ਝੱਖੜ। ਜਦੋਂ ਗੁਰੂ ਗੋਬਿੰਦ ਪਾਤਸ਼ਾਹ ਕਲਗੀ ਵਾਲੇ ਪਾਤਸ਼ਾਹ ਅਨੰਦਪੁਰ ਦੇ ਕਿਲੇ ਤੋਂ ਤੀਰ ਮਾਰ ਕੇ ਕਈ ਮੀਲਾਂ 'ਤੇ ਬੈਠੇ ਮੁਸਲਮਾਨ ਜਰਨੈਲ ਦੀ ਚੌਪੜ ਖੇਡਦੇ ਉਲਟਾਉਂਦੇ ਸਨ, ਤਦ ਵੀ ਸਧਾਰਨ ਅੱਖ ਨੂੰ ਸਿਵਾ ਯੁੱਧ ਅਤੇ ਉੱਥੇ ਜੋ ਮੈਦਾਨ ਵਿੱਚ ਹੋ ਰਿਹਾ ਸੀ ਉਲਟਾ ਪੁਲਟੀ ਚੌਪੜ ਤੋਂ ਹੋਰ ਕੁਝ ਨਹੀਂ ਸੀ ਨਜ਼ਰ ਆਉਂਦਾ। ਅਗਰ ਉਸ ਵੇਲੇ ਵੀ ਸਾਇੰਸਵੇਤਾ ਹੁੰਦੇ ਤਾਂ ਉਹਨਾਂ ਤੋਂ ਪੁੱਛ ਕਰਨ ਉੱਤੇ ਉਹਨਾਂ ਦਾ ਉਦੋਂ ਵੀ ਇੱਕ ਹੀ ਉੱਤਰ ਹੋਣਾ ਸੀ ਕਿ ਸਾਰੀ ਘਟਨਾ ਦੇ ਪਿੱਛੇ ਸ਼ਕਤੀ ਕੰਮ ਕਰ ਰਹੀ ਹੈ। ਇਸ ਸ਼ਕਤੀ ਨਾਲ ਪ੍ਰਤੀਕਿਰਿਆ ਹਿਲ ਜੁਲ ਰਹੀ ਹੈ। ਜੋ ਹੋ ਰਿਹਾ ਹੈ ਉਹ ਸਭ ਸ਼ਕਤੀ ਨਾਲ ਹੋ ਰਿਹਾ। ਚੌਪਟ ਉਵੇਂ ਹੀ ਉਲਟ ਰਹੀ ਹੈ। ਇਸ ਤੋਂ ਬਾਅਦ ਉਦੋਂ ਵੀ ਸਾਇੰਸਦਾਨਾਂ ਨੇ ਕੁਝ ਨਹੀਂ ਸੀ ਕਹਿ ਸਕਣਾ। ਸਾਇੰਸਦਾਨਾਂ ਦੀ ਇਸ ਉਣਤਾਣੀ ਦਾ ਵੱਡਾ ਕਾਰਨ ਇਹੋ ਹੈ ਕਿ ਉਹਨਾਂ ਪਾਸ ਲੱਖਾਂ ਮੀਲਾਂ ਤੋਂ ਸਿਤਾਰੇ ਵੇਖਣ ਵਾਲੀਆਂ ਦੂਰਬੀਨਾਂ ਤਾਂ ਹਨ, ਪਰ ਆਪਣੇ ਆਪ ਨੂੰ, ਆਪਣੀ ਆਤਮਾ ਨੂੰ ਵੇਖਣ ਵਾਲੀ ਕੋਈ ਚੀਜ਼ ਨਹੀਂ ਹੈ। ਕੋਈ ਆਲਾ ਨਹੀਂ ਹੈ, ਕੋਈ ਵਸੀਲਾ ਨਹੀਂ ਹੈ। ਜਿਸ ਸੋਚ ਅਤੇ ਦਲੀਲਾਂ ਦੇ ਆਸਰੇ ਸਾਇੰਸ ਖੁਦ ਕਾਇਮ ਹੈ, ਉਹ ਸੋਚ ਅਤੇ ਦਲੀਲਾਂ ਆਤਮਕ ਸੱਚਾਈ ਦੀ ਖੋਜ ਵਿੱਚ ਖੁੱਡੇ ਅਤੇ ਬੇਕਾਰ ਹਥਿਆਰ ਸਾਬਿਤ ਹੁੰਦੇ ਹਨ। ਇਹ ਚੇਤਨ ਸ਼ਕਤੀ ਧਰਮ ਜਾਂ ਮਜ਼ਹਬ ਦੀ ਸਟੇਜ ਉੱਤੇ ਹਮੇਸ਼ਾ ਦੋ ਰੂਪਾਂ ਵਿੱਚ ਪ੍ਰਗਟ ਹੁੰਦੀ ਹੈ। ਇਹਨਾਂ ਦੋਹਾਂ ਰੂਪਾਂ ਨੂੰ ਧਾਰਮਿਕ ਬੋਲੀ ਵਿੱਚ ਸ਼ਹੀਦ ਜਾਂ ਸੂਰਮੇ ਕਿਹਾ ਜਾਂਦਾ ਹੈ। ਤੱਤੀ ਰੇਤ ਦੇ ਸਰੀਰ ਉੱਤੇ ਪੈਣਾ, ਉਬਲਦੇ ਪਾਣੀ ਵਿੱਚ ਬੈਠਣਾ, ਚਰਖੜੀ 'ਤੇ ਚੜ੍ਹਨਾ, ਬੰਦ ਕਟਵਾਉਣਾ ਅਤੇ ਜਿਉਂਦੇ ਹੀ ਆਪਣੇ ਆਪ ਨੂੰ ਅਰਪਣ ਕਰ ਦੇਣਾ, ਮਨ ਦਾ ਭੈਭੀਤ ਨਾ ਹੋਣਾ, ਇੱਕ ਰਸ ਰਹਿਣਾ ਅਤੇ ਅਕਾਲ ਚਲਾਣੇ ਨੂੰ ਹੱਸਦਿਆਂ ਗਲਵੱਕੜੀ ਪਾਉਣੀ, ਇਹ ਚੇਤਨ ਸ਼ਕਤੀ ਦਾ ਮਨੁੱਖ ਵਿੱਚ ਇੱਕ ਬੜੇ ਉੱਚੇ ਦਰਜੇ ਦਾ ਜ਼ਹਿਰ ਹੈ। ਸ਼ਹੀਦ ਦੇ ਮਜ਼ਬੂਤ ਇਰਾਦੇ ਦੇ ਪਿੱਛੇ ਇਹੋ ਚੇਤਨ ਸ਼ਕਤੀ ਲੁਕੀ ਹੋਈ ਹੈ। ਆਰੇ ਹੇਠਾਂ ਬੈਠਿਆਂ ਜਪਜੀ ਸਾਹਿਬ ਦਾ ਪਾਠ ਕਰਨਾ, ਸੂਲੀ 'ਤੇ ਚੱਕਰੀਆ ਕਰਨਾ, ਇਹ ਕੀ ਹੈ? ਚੇਤਨ ਸ਼ਕਤੀ ਦਾ ਸਾਰਾ ਕੁਝ ਚੇਤਨ ਸ਼ਕਤੀ ਕਰਦੀ ਪਈ। ਇਸ ਦਾ ਇਹ ਮਤਲਬ ਨਹੀਂ ਹੁੰਦਾ ਕਿ ਸ਼ਹੀਦਾਂ ਦੇ ਅੰਦਰ ਹਰਕਤ ਬੰਦ ਹੋ ਗਈ, ਬਲਕਿ ਦੋਹਾਂ ਹਾਲਾਤਾਂ ਵਿੱਚ ਹਰਕਤ ਆਪਣੇ ਪੂਰਨ ਦਰਜੇ 'ਤੇ ਜਾਰੀ ਹੁੰਦੀ ਹੈ। ਸੂਰਮੇ ਦੀ ਹਰਕਤ ਬਾਹਰੀ ਮੁਖੀ ਅਤੇ ਸ਼ਹੀਦ ਦੀ ਹਰਕਤ ਅੰਦਰਮੁਖੀ ਹੁੰਦੀ ਹੈ। ਇੱਕ ਦਿਸਦੀ ਹੈ, ਦੂਜੀ ਨਜ਼ਰ ਨਹੀਂ ਆਉਂਦੀ। ਇਹ ਦੋਹਾਂ ਹਰਕਤਾਂ ਜਾਂ ਕਰਤੱਵਾਂ ਦੇ ਮਗਰ ਇੱਕੋ ਅਕਾਲ ਸ਼ਕਤੀ ਕੰਮ ਕਰਦੀ ਹੈ। ਸੂਰਮਗਤੀ ਜਾਂ ਸ਼ਹੀਦੀ ਦੋਵੇਂ ਇੱਕੋ ਅਕਾਲ ਚੇਤਨ ਸ਼ਕਤੀ ਦੇ ਜ਼ਾਹਰ ਹੋਣ ਦੇ ਦੋ ਵੱਖ-ਵੱਖ ਤਰੀਕੇ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਅਕਾਲ ਸ਼ਕਤੀ ਨੂੰ ਜੈ ਜੈ ਤੇਗ ਕਹਿ ਕੇ ਪੂਜਦੇ ਹਨ। ਗੁਰੂ ਅਰਜਨ ਦੇਵ ਜੀ ਇਸ ਅਕਾਲ ਸ਼ਕਤੀ ਦੇ ਆਸਰੇ ਦੇਗ ਵਿੱਚ ਉਬਲਦੇ ਹਨ, ਤੱਤੀ ਰੇਤ ਵਿੱਚ ਦਾਣਿਆਂ ਦੀ ਤਰ੍ਹਾਂ ਪੁੱਜਦੇ ਹਨ। ਜਦ ਸਰੀਰ ਸੜਦੀ ਰੇਤ ਨਾਲ ਤਿੜਕਦਾ ਸੀ ਤਾਂ ਉਹ ਉਦੋਂ ਵੀ ਨਾਮ ਜਪਦੇ ਪਏ ਸੀ। ਚੰਗੀ ਤਰ੍ਹਾਂ ਸੋਚਾਂ ਇਹਨਾਂ ਦੋਹਾਂ ਕਥਨਾਂ ਦੀ ਤਹਿ ਵਿੱਚ ਦੋ ਸ਼ਕਲਾਂ ਅੰਦਰ ਇੱਕੋ ਪਿਆਰੇ ਦਾ ਜਜ਼ਬਾ
ਇੱਕੋ ਅਡੋਲ ਸਿਦਕ ਅਤੇ ਇੱਕੋ ਅਕਾਲ ਸ਼ਕਤੀ ਦੀ ਪੂਜਾ ਪ੍ਰਗਟ ਹੁੰਦੀ ਹੈ। ਐਵੇਂ ਹੈ ਨਾ, ਜਦੋਂ ਨਾਮ ਅੰਦਰ ਵਸ ਜੇ ਤਾਂ ਫਿਰ ਆਪੇ ਉਹ ਪਿਆਰਾ ਅੰਗ ਸੰਗ ਰਹਿੰਦਾ। ਗੁਰਮੁਖ ਇਸ ਅਕਾਲ ਸ਼ਕਤੀ ਨੂੰ ਦੇਖਦਾ, ਇਸ ਨੂੰ ਸਮਝਦਾ, ਇਸ ਨਾਲ ਜਾਣ ਪਛਾਣ ਪੈਦਾ ਕਰਦਾ, ਮਿਲਣਾ ਆਰੰਭ ਕਰਦਾ, ਪਿਆਰ ਪੈਦਾ ਕਰਦਾ। ਪਿਆਰ ਨੂੰ ਐਸੀ ਆਦਰਸ਼ਕ ਨਿਸ਼ਕਾਮ ਅਵਸਥਾ 'ਤੇ ਪਹੁੰਚਾਉਂਦਾ ਹੈ ਕਿ ਸ਼ਕਤੀਆਂ ਦੀ ਸ਼ਕਤੀ, ਮਹਾਨ ਚੇਤਕ ਸ਼ਕਤੀ ਗੁਰਮੁਖ 'ਤੇ ਮੋਹਿਤ ਹੋ ਜਾਂਦੀ ਹੈ, ਉਹ ਵਸ ਵਿੱਚ ਆ ਜਾਂਦੀ ਹੈ, ਉਸ ਤੋਂ ਕਦੀ ਨਹੀਂ ਵਿਛੜਦੀ। ਪਿਆਰ ਦੀ ਪਹਿਲੀ ਅਵਸਥਾ ਵਿੱਚ ਗੁਰਮੁਖ ਆਪਣਾ ਸਭ ਕੁਝ ਇਸ ਅਕਾਲ ਸ਼ਕਤੀ ਤੋਂ ਵਾਰਨ ਨੂੰ ਤਿਆਰ ਹੁੰਦਾ ਹੈ। ਪਿਛਲੀ ਅਵਸਥਾ ਵਿੱਚ ਇਹ ਸ਼ਕਤੀ ਆਪਣਾ ਆਪ ਗੁਰਮੁਖ ਦੇ ਹਵਾਲੇ ਕਰ ਦਿੰਦੀ ਹੈ, ਆਪਣੇ ਸਭ ਭੇਦ ਪਰਦੇ ਗੁਰਮੁਖ ਤੋਂ ਲਾ ਦਿੰਦੀ ਹੈ। ਆਪਣੀਆਂ ਸਭ ਸ਼ਕਤੀਆਂ, ਆਪਣੀਆਂ ਸਭ ਬਰਕਤਾਂ, ਆਪਣਾ ਸਭ ਕੁਝ ਗੁਰਮੁਖ ਨੂੰ ਸੌਂਪ ਦਿੰਦੀ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਘੋਰ ਜਦੋਂ ਯੁੱਧਾਂ ਸਮੇਂ ਸ਼ਸਤਰ ਦੀ ਛਣਕਾਰ ਵਿੱਚ, ਤਲਵਾਰਾਂ ਦੇ ਸਾਏ ਹੇਠ ਜਦ ਉਹਨਾਂ ਨੂੰ ਮਿੱਤਰ ਪਿਆਰੇ ਦੀ ਯਾਦ ਆਉਂਦੀ ਸੀ, ਅੱਖਾਂ ਮੀਟ ਕੇ ਇਸ ਅਕਾਲ ਸ਼ਕਤੀ ਨਾਲ ਦਿਓ ਤੋਂ ਇੱਕ ਹੋ ਜਾਂਦੇ ਸੀ। ਇਸ ਅਕਾਲ ਸ਼ਕਤੀ ਤੋਂ ਵਿਛੜਨਾ ਹਜ਼ੂਰ ਵਾਸਤੇ ਰੋਗ ਰਜਾਈਆਂ ਦਾ ਉਡਾਨ ਤੇ ਨਾਗ ਵਿਗਾਸਾਂ ਦਾ ਰਹਿਣਾ ਬਣ ਜਾਂਦਾ ਸੀ। ਇਸ ਅਕਾਲ ਦੇ ਸਬਰ ਦੇ ਮੁਕਾਬਲੇ ਵਿੱਚ ਦੁਨੀਆ ਦੇ ਰਾਜ ਨੂੰ ਭੱਟ ਖੇੜਿਆਂ ਦਾ ਆਖਦੇ ਹੁੰਦੇ ਸੀ। ਆਪਨੇ ਸੱਚ ਦੀ ਪ੍ਰਾਪਤੀ ਵਾਸਤੇ ਇਸ ਅਕਾਲ ਸ਼ਕਤੀ ਦੇ ਜਾਪ ਨੂੰ ਪਰਮ ਸਾਧਨਾ ਦੱਸਿਆ। ਜਾਗਦੀ ਜੋਤ ਅਕਾਲ ਸ਼ਕਤੀ ਦਾ ਸਵਾਸ ਜਾਪ ਇਸ ਮਾਂ ਸ਼ਕਤੀ ਦੇ ਸਾਹਮਣੇ ਦੂਜਿਆਂ ਦੀਆਂ ਹੋਰ ਸਭ ਸ਼ਕਤੀਆਂ ਨੂੰ ਤੁੱਛ ਸਮਝਣਾ। ਇਸ ਅਕਾਲ ਸ਼ਕਤੀ ਦੀ ਪਛਾਣ ਨੂੰ ਪਰਮ ਤੀਰਥ, ਪਰਮ ਤਪ, ਪਰਮ ਸੰਜਮ ਜਾਂ ਸਾਧਨ ਜਾਣਨਾ। ਇਸ ਪੂਰਨ ਸ਼ਕਤੀ ਨੂੰ ਪ੍ਰੰਸਪਰ ਕਰਨਾ ਖਾਲਸੇ ਦਾ ਆਦਰਸ਼ ਹੈ, ਖਾਲਸੇ ਦੀ ਉੱਚਤਾ ਦੀ ਨਿਸ਼ਾਨੀ ਅਤੇ ਖਾਲਸੇ ਦਾ ਜੀਵਨ ਦਾ ਮਨੋਰਥ ਹੈ। ਸੱਚ ਹੈ ਤਾਂ ਇਸ ਸੱਚੇ ਅਰਥਾਂ ਵਿੱਚ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਹੈ। ਜਦ ਖਾਲਸਾ ਵਾਹਿਗੁਰੂ ਰੂਪ ਹੋ ਜਾਵੇ ਤਦ ਇਸ ਨੂੰ ਹਾਰ ਨਹੀਂ ਆ ਸਕਦੀ। ਇਸ ਦੀ ਹਰ ਮੈਦਾਨ 'ਚ ਫਤਿਹ ਹੈ, ਕਿਉਂਕਿ ਵਾਹਿਗੁਰੂ ਜੀ ਤਾਂ ਸਦਾ ਆਪ ਜੁਗਤ ਤੋਂ ਫਤਿਹ। ਇਸ ਅਕਾਲ ਸ਼ਕਤੀ ਸਭ ਜਗ੍ਹਾ ਮੌਜੂਦ ਹੈ, ਸਰਵ ਵਿਆਪਕ ਹੈ। ਸਾਡੇ ਸਰੀਰ ਦੇ ਰੋਮ ਰੋਮ ਵਿੱਚ ਇਹ ਸ਼ਕਤੀ ਭਰਪੂਰ ਹੈ। ਸਾਡੇ ਮਨ, ਤਨ, ਦਿਮਾਗ, ਸਾਡੀ ਸੋਚ, ਸਾਡੇ ਵਿਚਾਰਾਂ ਦੀ ਤਹਿ ਇਸੇ ਸ਼ਕਤੀ ਦਾ ਸਰੂਪ ਹੈ। ਜੇਕਰ ਸਾਨੂੰ ਆਪਣੇ ਮਨ ਵਿੱਚੋਂ ਨਿਕਲ ਰਹੀਆਂ ਉਹ ਸੰਕਲਪ ਵਿਕਲਪਾਂ ਦੀਆਂ ਲਹਿਰਾਂ ਨੂੰ ਠਹਿਰਾਣਾ ਆ ਜਾਵੇ ਤਾਂ ਅਸੀਂ ਆਪਣੇ ਆਪ ਵਿੱਚੋਂ ਇਸ ਸ਼ਕਤੀ ਦੇ ਜ਼ਹੂਰ ਦੀਦਾਰ ਕਰ ਸਕਦੇ ਹਾਂ। ਇਸ ਸ਼ਕਤੀ ਦੀ ਖੋਜ ਵਾਸਤੇ ਸਭ ਤੋਂ ਨੇੜੇ ਅਤੇ ਸਭ ਤੋਂ ਚੰਗੀ ਅਤੇ ਆਸਾਨ ਜਗ੍ਹਾ ਸਾਡਾ ਆਪਣਾ ਮਨ ਹੈ, ਸਾਡਾ ਆਪਣਾ ਆਪ ਹੈ, ਜਿਸ ਨੂੰ ਬਸ ਸਮਝਣ ਦੀ ਲੋੜ ਹੈ। ਮਨ ਦੀਆਂ ਤਰੰਗਾਂ ਨੂੰ ਖੜੇ ਕਰਨ ਦਾ, ਮਨ ਤੋਂ ਸੰਕਲਪਾਂ ਵਿਕਲਪਾਂ ਦੀ ਮੈਲ ਉਤਾਰਨ ਦਾ ਅਤੇ ਮਨ ਨੂੰ ਆਪਣੇ ਆਪ ਵਿੱਚ ਝਾਤੀ ਮਾਰਨ ਦਾ, ਆਪਣੇ ਆਪ ਨੂੰ ਪਛਾਣਨ ਦਾ ਪੁਰਾਣਾ ਸਾਡੇ ਬਜ਼ੁਰਗਾਂ, ਰਿਸ਼ੀਆਂ, ਮੁਨੀਆਂ, ਅਵਤਾਰਾਂ, ਗੁਰੂਆਂ, ਪੀਰਾਂ ਦਾ ਅਜਮਾਇਆ ਅਤੇ ਪਾਸ ਕੀਤਾ ਹੋਇਆ ਤਰੀਕਾ ਸਿਮਰਨ ਅਭਿਆਸ ਹੈ। ਇਸ ਅਕਾਲ ਸ਼ਕਤੀ ਦਾ ਪ੍ਰੇਮ ਅਤੇ ਵਿਚਾਰ ਸਹਿਤ ਜਾਪ ਹੈ। ਸਿਮਰਨ ਕਰਨ ਨਾਲ ਮਨ ਬਾਹਰੋਂ ਜਿਹੜਾ ਭੱਜਦਾ ਹੈ ਨਾ, ਉਹ ਰੁਕ ਜਾਂਦਾ ਹੈ, ਆਪਣੇ ਆਪ ਵਿੱਚ ਅਡੋਲ ਖਲੋ ਜਾਂਦਾ ਹੈ। ਜਿਵੇਂ ਹਵਾ ਦੇ ਬੰਦ ਹੋਣ ਨਾਲ ਪਾਣੀ ਅਡੋਲ ਖਲੋ ਜਾਂਦਾ ਹੈ, ਅਡੋਲ ਖਲੋਣ ਨਾਲ ਖੁਦ ਹੀ ਬਖੁਦ ਨਿੱਤਰ ਜਾਂਦਾ ਹੈ। ਨਿੱਤਰ ਪੈਦਾ ਨਾਲ ਆਪਣੀ ਤਹਿ ਵਿੱਚ ਲੁਕੀਆਂ ਚੀਜ਼ਾਂ ਨੂੰ ਵੇਖਣ ਵਾਲੀ ਅੱਖ ਉੱਤੇ ਜ਼ਾਹਰ ਕਰ ਦਿੰਦਾ। ਇਸੇ ਤਰ੍ਹਾਂ ਮਨ ਦੇ ਫੁਰਨਿਆਂ ਦੀਆਂ ਤਰੰਗਾਂ ਬੰਦ ਹੋਣ ਨਾਲ ਮਨ ਜੋ ਹੈ ਪਾਣੀ ਵਾਂਗੂ ਖਲੋ ਜਾਂਦਾ ਅਤੇ ਖਲੋਤਾ ਮਨ ਆਪਣੇ ਆਪ ਦੇ ਤਹਿ ਵਿੱਚ ਲੁਕੀ ਉਸ ਅਕਾਲ ਸ਼ਕਤੀ ਨੂੰ ਗੁਰਮੁਖ 'ਤੇ ਪ੍ਰਗਟ ਕਰ ਦਿੰਦਾ। ਇਸ ਵਾਸਤੇ ਇਸ ਅਕਾਲ ਸ਼ਕਤੀ ਦੇ ਗਿਆਨ ਹਾਸਲ ਕਰਨ ਵਾਸਤੇ ਇਸ ਦਾ ਪ੍ਰੇਮ, ਅਦਬ, ਨਿਮਰਤਾ ਨਾਲ ਜਾਪ ਕਰਨਾ ਜ਼ਰੂਰੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਤੱਕ ਸਭ ਗੁਰੂ ਸਾਹਿਬਾਨਾਂ ਨੇ ਇਸ ਅਕਾਲ ਸ਼ਕਤੀ ਨੂੰ ਮਿਲਣ ਦਾ ਪਰਮ ਸਾਧਨ ਸਿਮਰਨ ਦੱਸਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦਾ ਨਿਚੋੜ ਗੁਰਸਿੱਖੀ ਦਾ ਜੋ ਆਦਰਸ਼ ਹੈ, ਦੋ ਹਰਫਾਂ ਵਿੱਚ ਸੁਖਮਨੀ ਸਾਹਿਬ ਦੀਆਂ ਇਹਨਾਂ ਦੋ ਤੁਕਾਂ ਵਿੱਚ ਸਪਸ਼ਟ ਕੀਤਾ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕਾ ਨਾਮ ਜਪ ਨਿਰਮਲ ਕਰਮ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਨਸਾਨ ਦੀ ਰਹਿਨੁਮਾਈ ਵਾਸਤੇ ਕਈ ਗੁਰ ਜਾਂ ਫਾਰਮੂਲੇ ਦਰਜ ਹਨ, ਜੋ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਜਾਤੀ ਦੇ ਨਾਮ ਸੰਦੇਸ਼ ਜਾਂ ਸਾਰੇ ਤੱਤ ਕਹੇ ਨੇ। ਜਿਸ ਸਿੱਖ ਦੇ ਹਿਰਦੇ ਵਿੱਚ ਇਸ ਗੁਰਵਾਕ ਨੇ ਪ੍ਰਵੇਸ਼ ਕਰ ਲਿਆ ਹੋਵੇ, ਉਸ ਨੂੰ ਆਪਣੇ ਧੰਨ ਭਾਗ ਸਮਝਣੇ ਚਾਹੀਦੇ ਹਨ।
ਕਿਉਂਕਿ ਉਸਨੇ ਗੁਰੂ ਦੀ ਜੋ ਰਮਜ ਹੈ, ਗੁਰੂ ਦੇ ਉਪਦੇਸ਼ਾਂ ਦਾ ਸਾਰ, ਗੁਰੂ ਘਰ ਦੀ ਕੁੰਜੀ, ਦੀਨ ਦੁਨੀਆ ਦੀ ਦੌਲਤ, ਸਭ ਕੁਝ ਇਸ ਮਹਾਵਾਕ ਦੇ ਸਮਝਣ ਨਾਲ ਹਾਸਲ ਕਰ ਲਿਆ। ਇਸ ਗੁਰਵਾਕ ਦੇ ਪਿਛਲੇ ਹਿੱਸੇ ਨਿਰਮਲ ਕਰਮਾਂ ਦੀ ਸਮਝ ਤਾਂ ਹਰ ਇੱਕ ਨੂੰ ਆ ਜਾਂਦੀ ਹੈ, ਪਰ ਪਹਿਲੇ ਹਿੱਸੇ ਹਰ ਕਾ ਨਾਮ ਜਪ ਸੰਬੰਧੀ ਜੋ ਗਲਤ ਫਹਿਮੀਆਂ ਸਿੱਖ ਕੌਮ ਵਿੱਚ ਇਸ ਵੇਲੇ ਨਜ਼ਰ ਆ ਰਹੀਆਂ ਨੇ, ਉਹ ਇਸ ਦੀ ਜ਼ਿੰਦਗੀ ਦੇ ਪਿਛਲੇ ਕਿਸੇ ਹਿੱਸੇ ਵਿੱਚ ਨਹੀਂ ਦਿਸਦੀਆਂ। ਸਿੱਖ ਕੌਮ ਦੀਆਂ ਬਹੁਤ ਸਾਰੀਆਂ ਢਹਿੰਦੀਆਂ ਕਲਾ ਦਾ ਸਬੱਬ ਹੀ ਉਸਤੇ ਇਸ ਗੁਰਵਾਕ ਹਰ ਕੈ ਨਾਮ ਜਪਨ ਨਾ ਸਮਝਾਂ ਦੇ ਨਾ ਕਮਾਉਣਾ ਖਿਆਲ ਕਰਦਾ, ਜਿਸ ਦੇ ਜ਼ਿੰਮੇਵਾਰ ਇਤਨੀ ਸਿੱਖ ਕੌਮ ਨਹੀਂ ਜਿਤਨੇ ਕੌਮ ਦੇ ਵਿਦਵਾਨ ਅਤੇ ਜੋ ਵਿਚਾਰਵਾਨ ਹਨ ਉਹ ਨੇ। ਐਵੇਂ ਹੈ ਨਾ, ਅੱਜ ਕੀ ਹੈ, ਆਪਾਂ ਆਪਣੇ ਰਾਹ ਤੋਂ ਭਟਕ ਗਏ ਅਤੇ ਆਪਾਂ ਨੂੰ ਕੀ ਲੋੜ ਹੈ, ਰਾਹ 'ਤੇ ਆਉਣ ਦੀ, ਨਾਮ ਜਪਣ ਦੀ, ਆਪਣੀ ਸਿੱਖੀ ਨੂੰ ਮਜ਼ਬੂਤ ਕਰਨ ਦੀ। ਆਓ ਇੱਕ ਪਹਿਲ ਕਰੀਏ, ਵਾਹਿਗੁਰੂ ਦੇ ਲੜ ਲੱਗੀਏ, ਆਪਣੇ ਆਪ ਨੂੰ ਪਹਿਚਾਨੀਏ।